ਸਤਿ ਸ਼੍ਰੀ ਅਕਾਲ HSN ਟੀਵੀ ਦੇ ਨਾਲ ਜੁੜੇ ਸਾਰੇ ਹੀ ਦਰਸ਼ਕਾਂ ਦਾ ਖਬਰਾਂ ਦੇ ਇਸ ਬੁਲੇਟਿਨ ਦੇ ਵਿੱਚ ਨਿੱਘਾ ਸਵਾਗਤ ਹੈ। ਮੈਂ ਹਾਂ ਸ਼ੀਤਲ। ਆਓ ਸਭ ਤੋਂ ਪਹਿਲਾਂ ਝਾਤ ਮਾਰਦੇ ਹਾਂ ਇਹਨਾਂ ਖਾਸ ਖਬਰਾਂ ਤੋਂ। ਇੰਡੋ ਪੈਸੀਫਿਕ ਦੇਸ਼ਾਂ ਦੀ ਪਹਿਲ IPEF ਦੀ ਸ਼ੁਰੂਆਤ ਪ੍ਰੋਗਰਾਮ ਦੇ ਵਿੱਚ ਬਾਈਡਨ ਦੇ ਨਾਲ ਸ਼ਾਮਲ ਹੋਏ PM ਮੋਦੀ। ਅਡਾਨੀ ਨੂੰ ਟਾਈਮ ਮੈਗਜ਼ੀਨ ਦੇ 100 ਸਭ ਤੋਂ ਪ੍ਰਭਾਵਸ਼ਾਲੀ ਲੋਕਾਂ ਦੀ ਸੂਚੀ 'ਚ ਮਿਲੀ ਜਗ੍ਹਾ। ਜੋ ਬਾਈਡਨ ਦੀ ਚੀਨ ਨੂੰ ਚੇਤਾਵਨੀ, ਤਾਈਵਾਨ ਨੇ ਹਮਲਾ ਕੀਤਾ ਤਾਂ ਅਸੀਂ ਮਿਲਟਰੀ ਐਕਸ਼ਨ ਲਵਾਂਗੇ। ਮੰਗਲ ਤੇ ਰਹਿਣ ਵਾਲਿਆਂ ਦੇ ਲਈ ਹੋਇਆ ਭੋਜਨ ਦਾ ਇੰਤਜ਼ਾਮ। ਸਰਕਾਰ ਦੀ ਚੇਤਾਵਨੀ, ਰੈਸਟੋਰੈਂਟ ਗਾਹਕਾਂ ਨੂੰ ਸਰਵਿਸ ਚਾਰਜ ਅਦਾ ਕਰਨ ਦੇ ਲਈ ਨਹੀਂ ਕਰ ਸਕਦੇ ਮਜਬੂਰ। ਵਾਰਾਣਸੀ ਗੰਗਾ ਦੇ ਵਿੱਚ ਕਿਸ਼ਤੀ ਡੁੱਬਣ ਦੇ ਨਾਲ 4 ਦੀ ਹੋਈ ਮੌਤ। ਉੱਤਰ ਭਾਰਤ ਦੇ ਵਿੱਚ ਭਾਰੀ ਬਾਰਿਸ਼ ਦੇ ਨਾਲ ਚੱਲੀਆਂ ਤੇਜ਼ ਹਵਾਵਾਂ। ਪੰਜਾਬ ਦੇ ਵਿੱਚ ਪਏ ਮੀਂਹ ਨੇ ਲੋਕਾਂ ਨੂੰ ਕਰਵਾਇਆ ਠੰਡ ਦਾ ਅਹਿਸਾਸ। ਪ੍ਰੇਮੀ ਨੇ ਵਿਆਹ ਤੋਂ ਕੀਤਾ ਇਨਕਾਰ ਤਾਂ ਜਾਨ ਦੇਣ ਦੇ ਲਈ 6ਵੀਂ ਮੰਜ਼ਲ ਤੇ ਚੜੀ ਕੁੜੀ, ਫਾਇਰ ਬ੍ਰਿਗੇਡ ਦੀ ਟੀਮ ਨੇ ਬਚਾਇਆ। ਕਵਾੜ ਦੇ ਬੇਹੱਦ ਘੱਟ ਸਮੇਂ ਦੇ ਵਿੱਚ ਗਲੋਬਲ ਪੱਧਰ ਤੇ ਇੱਕ ਮਹੱਤਵਪੂਰਨ ਸਥਾਨ ਕੀਤਾ ਹਾਸਲ, ਕਿਹਾ PM ਮੋਦੀ ਨੇ। ਯੂਕਰੇਨ ਦਾ ਨਵਾਂ ਦਾਅਵਾ, ਨਾਗਰਿਕ ਨੂੰ ਗੋਲੀ ਮਾਰਨ ਵਾਲੇ ਰੂਸੀ ਫੌਜੀ ਨੂੰ ਸੁਣਾਈ ਉਮਰ ਕੈਦ। ਕੋਰਟ ਦੇ ਵਿੱਚ ਅੱਜ ਪੇਸ਼ ਹੋ ਸਕਦੇ ਨੇ ਸਿੱਧੂ ਦਾ ਡਾਈਟ ਪਲਾਨ। ਮੈਡੀਕਲ ਬੋਰਡ ਨੇ ਲੋ ਫੈਟ ਹਾਈ ਫਾਈਬਰ ਡਾਈਟ ਦੀ ਕੀਤੀ ਸਿਫਾਰਿਸ਼। ਵਿਨੇ ਕੁਮਾਰ ਬਣੇ ਦਿੱਲੀ ਦੇ ਨਵੇਂ ਉਪ ਰਾਜਪਾਲ, ਲੈਣਗੇ ਅਨਿਲ ਬੈਜਲ ਦੀ ਜਗ੍ਹਾ। ਛੋਟੇ ਨਿਰਯਾਤਕਾਂ ਤੇ ਪੈ ਰਹੀ ਹੈ ਰੁਪਏ ਦੀ ਗਿਰਾਵਟ ਦੀ ਮਾਰ, ਜੁੱਤੀਆਂ ਤੇ ਬਰਾਮਦਕਾਰਾਂ ਤੇ ਵੀ ਭਾਰੀ ਸੰਕਟ। ਹੁਣ ਖਬਰਾਂ ਵਿਸਥਾਰ ਨਾਲ। ਉਧਰ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਸੋਮਵਾਰ ਨੂੰ ਅਮਰੀਕਾ ਦੇ ਰਾਸ਼ਟਰਪਤੀ ਜੋ ਬਾਈਡਨ ਦੇ ਨਾਲ 12 ਇੰਡੋ ਪੈਸੀਫਿਕ ਦੇਸ਼ਾਂ ਦੇ ਨਾਲ ਨਵੇਂ ਵਪਾਰ ਢਾਂਚੇ ਦੀ ਸ਼ੁਰੂਆਤ ਪ੍ਰੋਗਰਾਮ ਦੇ ਵਿੱਚ ਸ਼ਾਮਲ ਹੋਏ। ਇਸ ਪ੍ਰੋਗਰਾਮ ਦਾ ਉਦੇਸ਼ ਸਵੱਛ ਊਰਜਾ, ਜੁਝਾਰੂ ਸਪਲਾਈ ਚੇਨ ਅਤੇ ਡਿਜੀਟਲ ਕਾਰੋਬਾਰਾਂ ਵਰਗੇ ਖੇਤਰਾਂ ਦੇ ਵਿੱਚ ਸਮਾਨ ਸੋਚ ਵਾਲੇ ਦੇਸ਼ਾਂ ਦੇ ਵਿਚਕਾਰ ਸਹਿਯੋਗ ਨੂੰ ਡੂੰਘਾ ਕਰਨਾ ਹੈ। ਇਹ ਵਪਾਰ ਫਰੇਮਵਰਕ ਅਮਰੀਕਾ ਦੀ ਇੱਕ ਪਹਿਲ ਹੈ। ਅਮਰੀਕਾ ਦੇ ਵੱਲੋਂ ਸ਼ੁਰੂ ਕੀਤੇ ਗਏ ਇੰਡੋ ਪੈਸੀਫਿਕ ਦੀ ਖੁਸ਼ਹਾਲੀ ਦੇ ਲਈ ਆਰਥਿਕ ਢਾਂਚੇ ਨੂੰ ਖੇਤਰ ਦੇ ਵਿੱਚ ਚੀਨ ਦੀ ਹਮਲਾਵਰ ਵਪਾਰਕ ਰਣਨੀਤੀ ਦਾ ਮੁਕਾਬਲਾ ਕਰਨ ਦੇ ਲਈ ਅਮਰੀਕਾ ਦੀਆਂ ਕੋਸ਼ਿਸ਼ਾਂ ਦੇ ਹਿੱਸੇ ਵਜੋਂ ਦੇਖਿਆ ਜਾ ਰਿਹਾ ਹੈ। ਵਿਦੇਸ਼ ਮੰਤਰਾਲੇ ਦੇ ਬਿਆਨ ਦੇ ਮੁਤਾਬਕ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਅੱਜ ਟੋਕੀਓ ਦੇ ਵਿੱਚ IPEF ਦੀ ਸ਼ੁਰੂਆਤ ਦੇ ਮੌਕੇ ਆਯੋਜਿਤ ਪ੍ਰੋਗਰਾਮ ਦੇ ਵਿੱਚ ਸ਼ਿਰਕਤ ਕੀਤੀ। ਇਸ ਸਮਾਰੋਹ ਦੇ ਵਿੱਚ ਜੁੜਨ ਵਾਲੇ ਦੇਸ਼ਾਂ ਦੇ ਵਿੱਚ ਆਸਟ੍ਰੇਲੀਆ, ਬਰੂਨੇਈ, ਭਾਰਤ, ਇੰਡੋਨੇਸ਼ੀਆ, ਜਾਪਾਨ, ਦੱਖਣੀ ਕੋਰੀਆ, ਮਲੇਸ਼ੀਆ, ਨਿਊਜ਼ੀਲੈਂਡ, ਫਿਲੀਪੀਨਜ਼, ਸਿੰਗਾਪੁਰ, ਥਾਈਲੈਂਡ ਅਤੇ ਵੀਅਤਨਾਮ ਸ਼ਾਮਲ ਨੇ। ਵਿਦੇਸ਼ ਮੰਤਰਾਲੇ ਨੇ ਕਿਹਾ ਕਿ IPEF ਰਾਹੀਂ ਮੈਂਬਰ ਦੇਸ਼ਾਂ ਦੇ ਦਰਮਿਆਨ ਆਰਥਿਕ ਗੱਠਜੋੜ ਨੂੰ ਮਜ਼ਬੂਤ ਕਰਨ ਤੇ ਜ਼ੋਰ ਦਿੱਤਾ ਗਿਆ, ਜਿਸ ਦਾ ਉਦੇਸ਼ ਹਿੰਦ ਪ੍ਰਸ਼ਾਂਤ ਖੇਤਰ ਦੇ ਵਿੱਚ ਜੰਗ, ਸਥਿਰਤਾ, ਸਮਾਵੇਸ਼, ਆਰਥਿਕ ਵਿਕਾਸ, ਨਿਰਪੱਖਤਾ, ਮੁਕਾਬਲੇਬਾਜ਼ੀ ਨੂੰ ਉਤਸ਼ਾਹਿਤ ਕਰਨਾ ਹੈ। ਸਮਾਗਮ ਦੇ ਵਿੱਚ ਪ੍ਰਧਾਨ ਮੰਤਰੀ ਮੋਦੀ ਨੇ ਕਿਹਾ ਕਿ ਅੱਜ ਇਸ ਮਹੱਤਵਪੂਰਨ ਸਮਾਗਮ ਦੇ ਵਿੱਚ ਤੁਹਾਡੇ ਸਾਰਿਆਂ ਦੇ ਨਾਲ ਜੁੜ ਕੇ ਮੈਨੂੰ ਖੁਸ਼ੀ ਹੋ ਰਹੀ ਹੈ। ਇੰਡੋ ਪੈਸੀਫਿਕ ਆਰਥਿਕ ਫਰੇਮਵਰਕ ਖੇਤਰ ਨੂੰ ਵਿਸ਼ਵ ਆਰਥਿਕ ਵਿਕਾਸ ਦਾ ਇੰਜਨ ਬਣਾਉਣ ਦੇ ਲਈ ਸਾਡੀ ਸਮੂਹਿਕ ਇੱਛਾ ਦਾ ਐਲਾਨ ਹੈ। ਮੋਦੀ ਨੇ ਕਿਹਾ ਕਿ ਮੈਂ ਇਸ ਮਹੱਤਵਪੂਰਨ ਪਹਿਲ ਕਦਮੀ ਦੇ ਲਈ ਰਾਸ਼ਟਰਪਤੀ ਬਾਈਡਨ ਦਾ ਬਹੁਤ ਧੰਨਵਾਦ ਕਰਦਾ ਹਾਂ। ਇੰਡੋ ਪੈਸੀਫਿਕ ਨਿਰਮਾਣ ਆਰਥਿਕ ਗਤੀਵਿਧੀਆਂ, ਵਿਸ਼ਵ ਵਪਾਰ ਅਤੇ ਨਿਵੇਸ਼ ਦਾ ਕੇਂਦਰ ਹੈ। ਇਤਿਹਾਸ ਇਸ ਗੱਲ ਦਾ ਗਵਾਹ ਹੈ ਕਿ ਭਾਰਤ ਸਦੀਆਂ ਤੋਂ ਹਿੰਦ ਪ੍ਰਸ਼ਾਂਤ ਖੇਤਰ ਦੇ ਵਿੱਚ ਵਪਾਰਕ ਪ੍ਰਵਾਹ ਦਾ ਇੱਕ ਪ੍ਰਮੁੱਖ ਕੇਂਦਰ ਰਿਹਾ ਹੈ। ਇਸ ਖੇਤਰ ਦੀਆਂ ਆਰਥਿਕ ਚੁਣੌਤੀਆਂ ਦੇ ਲਈ ਸਾਂਝੇ ਹੱਲ ਲੱਭਣਾ, ਰਚਨਾਤਮਕ ਵਿਧੀ ਬਣਾਉਣਾ ਹੈ। ਪ੍ਰਧਾਨ ਮੰਤਰੀ ਨੇ ਕਿਹਾ ਕਿ ਭਾਰਤ ਇੱਕ ਸਮਾਵੇਸ਼ੀ ਅਤੇ ਮਜ਼ਬੂਤ ਇੰਡੋ ਪੈਸੀਫਿਕ ਆਰਥਿਕ ਢਾਂਚੇ ਦੇ ਨਿਰਮਾਣ ਦੇ ਲਈ ਤੁਹਾਡੇ ਸਾਰਿਆਂ ਦੇ ਨਾਲ ਕੰਮ ਕਰੇਗਾ। ਉਹਨਾਂ ਨੇ ਕਿਹਾ ਕਿ ਮੇਰਾ ਮੰਨਣਾ ਹੈ ਕਿ ਸਾਡੇ ਵਿਚਕਾਰ ਇੱਕ ਜੁਝਾਰੂ ਸਪਲਾਈ ਲੜੀ ਦੇ 3 ਮੁੱਖ ਥੰਮ ਹੋਣੇ ਚਾਹੀਦੇ ਨੇ: ਵਿਸ਼ਵਾਸ, ਪਾਰਦਰਸ਼ਤਾ ਅਤੇ ਸਮਾਬੱਧਤਾ। ਮੋਦੀ ਨੇ ਕਿਹਾ ਕਿ ਮੈਨੂੰ ਯਕੀਨ ਹੈ ਇਹ ਢਾਂਚਾ ਇਹਨਾਂ ਤਿੰਨਾਂ ਥੰਮਾਂ ਨੂੰ ਮਜ਼ਬੂਤ ਕਰਨ ਦੇ ਵਿੱਚ ਮਦਦ ਕਰੇਗਾ ਤੇ ਇੰਡੋ ਪੈਸੀਫਿਕ ਖੇਤਰ ਦੇ ਵਿੱਚ ਵਿਕਾਸ, ਸ਼ਾਂਤੀ ਤੇ ਖੁਸ਼ਹਾਲੀ ਦੇ ਲਈ ਰਾਹ ਪੱਧਰਾ ਵੀ ਕਰੇਗਾ। ਉਧਰ ਅਰਬਪਤੀ ਉਦਯੋਗਪਤੀ ਗੌਤਮ ਅਡਾਨੀ ਅਤੇ ਵਕੀਲ ਕਰੁਣਾ ਨੰਦੀ ਸੋਮਵਾਰ ਨੂੰ ਟਾਈਮ ਮੈਗਜ਼ੀਨ ਦੇ 2022 ਦੇ 100 ਸਭ ਤੋਂ ਪ੍ਰਭਾਵਸ਼ਾਲੀ ਵਿਅਕਤੀਆਂ ਦੀ ਸੂਚੀ ਦੇ ਵਿੱਚ ਸ਼ਾਮਲ ਕੀਤੇ ਗਏ ਨੇ। ਇਸ ਸੂਚੀ ਦੇ ਵਿੱਚ ਅਮਰੀਕਾ ਦੇ ਰਾਸ਼ਟਰਪਤੀ ਜੋ ਬਾਈਡਨ, ਯੂਕਰੇਨ ਦੇ ਰਾਸ਼ਟਰਪਤੀ ਵਲੋਦੀਮੀਰ ਜ਼ੈਲੈਂਸਕੀ, ਰੂਸੀ ਰਾਸ਼ਟਰਪਤੀ ਵਲਾਦੀਮੀਰ ਪੁਤਿਨ, ਚੀਨੀ ਰਾਸ਼ਟਰਪਤੀ ਸ਼ੀ ਜਿਨਪਿੰਗ, ਯੂਰਪੀਅਨ ਕਮਿਸ਼ਨ ਦੀ ਪ੍ਰਧਾਨ ਉਰਸੁਲਾ ਵੌਨ ਡੇਰ ਲੇਨ, ਟੈਨਿਸ ਖਿਡਾਰੀ ਰਾਫੇਲ ਨਡਾਲ, ਐਪਲ ਦੇ CEO ਟੀਮ ਕੁਕ ਅਤੇ TV ਸ਼ੋਅ ਪੇਸ਼ਕਾਰ ਓਪੇਰਾ ਵਿਨਫਰੇ ਦੇ ਨਾਮ ਸ਼ਾਮਲ ਨੇ। ਟਾਈਮ ਦੇ ਵਿੱਚ ਅਡਾਨੀ ਦੇ ਪ੍ਰੋਫਾਈਲ ਦੇ ਵਿੱਚ ਕਿਹਾ ਗਿਆ ਕਿ ਅਡਾਨੀ ਦਾ ਇੱਕ ਸਮੇਂ ਦੇ ਵਿੱਚ ਖੇਤਰੀ ਰਿਹਾ ਕਾਰੋਬਾਰ ਹੁਣ ਹਵਾਈ ਅੱਡਿਆਂ, ਨਿੱਜੀ ਬੰਦਰਗਾਹਾਂ ਤੋਂ ਲੈ ਕੇ ਖਪਤਕਾਰ ਵਸਤੂਆਂ ਤੱਕ ਫੈਲ ਗਿਆ ਹੈ। ਅਡਾਨੀ ਸਮੂਹ ਦੁਨੀਆ ਦੀ 6ਵੀਂ ਵੱਡੀ ਅਰਥ ਵਿਵਸਥਾ ਦੇ ਵਿੱਚ ਰਾਸ਼ਟਰੀ ਪੱਧਰ ਦੇ ਸਭ ਤੋਂ ਵੱਡੀ ਕੰਪਨੀ ਹੈ। ਹਾਲਾਂਕਿ ਲੋਕਾਂ ਦੀਆਂ ਨਜ਼ਰਾਂ ਤੋਂ ਦੂਰ ਰਹਿੰਦੇ ਹੋਏ ਅਡਾਨੀ ਚੁੱਪਚਾਪ ਆਪਣਾ ਸਾਮਰਾਜ ਬਣਾ ਰਹੇ ਨੇ। ਮੈਗਜ਼ੀਨ ਨੇ ਕਰੁਣਾ ਨਦੀ ਦੇ ਬਾਰੇ ਇਹ ਵੀ ਕਿਹਾ ਕਿ ਉਹ ਨਾ ਸਿਰਫ ਇੱਕ ਵਕੀਲ ਹੈ, ਸਗੋਂ ਇੱਕ ਕਾਰਕੁਨ ਵੀ ਹੈ ਜੋ ਅਦਾਲਤ ਦੇ ਅੰਦਰ ਅਤੇ ਬਾਹਰ ਬਹਾਦਰੀ ਦੇ ਨਾਲ ਬਦਲਾਵ ਦੇ ਲਈ ਆਵਾਜ਼ ਉਠਾਉਂਦੀ ਹੈ। ਇਸ ਦੇ ਵਿੱਚ ਕਿਹਾ ਗਿਆ ਹੈ ਕਿ ਉਹ ਔਰਤਾਂ ਦੇ ਅਧਿਕਾਰਾਂ ਦੀ ਵਕੀਲ ਹੈ, ਜਿਨ੍ਹਾਂ ਨੇ ਬਲਾਤਕਾਰ ਵਿਰੋਧੀ ਕਾਨੂੰਨਾਂ ਦੇ ਵਿੱਚ ਸੁਧਾਰ ਦੀ ਵਕਾਲਤ ਕੀਤੀ ਹੈ ਤੇ ਕੰਮ ਵਾਲੀ ਥਾਂ ਤੇ ਜਿਨਸੀ ਸ਼ੋਸ਼ਣ ਦੇ ਨਾਲ ਸੰਬੰਧਿਤ ਕੇਸ ਲੜ ਚੁੱਕੀ ਹੈ। ਹਾਲ ਹੀ ਦੇ ਵਿੱਚ ਉਹ ਵਿਆਹੁਤਾ ਬਲਾਤਕਾਰ ਨੂੰ ਕਾਨੂੰਨੀ ਛੋਟ ਦੇਣ ਵਾਲੇ ਭਾਰਤ ਦੇ ਇੱਕ ਕਾਨੂੰਨ ਨੂੰ ਚੁਣੌਤੀ ਦੇਣ ਵਾਲੇ ਇੱਕ ਮੁਕੱਦਮੇ ਦੇ ਨਾਲ ਸੰਬੰਧਿਤ ਵੀ ਰਹੀ ਹੈ। ਉਧਰ ਯੂਕਰੇਨ ਜੰਗ ਦੇ ਵਿੱਚ ਤਾਈਵਾਨ ਨੂੰ ਡਰਾਉਣ ਦੇ ਵਿੱਚ ਜੁਟੇ ਚੀਨ ਨੂੰ ਅਮਰੀਕੀ ਰਾਸ਼ਟਰਪਤੀ ਜੋ ਬਾਈਡਨ ਨੇ ਪਹਿਲੀ ਵਾਰ ਖੁੱਲੀ ਚੇਤਾਵਨੀ ਦਿੱਤੀ ਹੈ। ਕਵਾੜ ਬੈਠਕ ਦੇ ਵਿੱਚ ਹਿੱਸਾ ਲੈਣ ਜਾਪਾਨ ਪਹੁੰਚੇ ਬਾਈਡਨ ਨੇ ਇੱਕ ਬੈਠਕ ਦੇ ਵਿੱਚ ਕਿਹਾ ਕਿ ਜੇਕਰ ਚੀਨ ਵੱਲੋਂ ਤਾਈਵਾਨ ਤੇ ਹਮਲਾ ਕੀਤਾ ਜਾਂਦਾ ਹੈ ਕਿ ਤਾਂ ਕਿ ਅਮਰੀਕੀ ਮਿਲਟਰੀ ਐਕਸ਼ਨ ਲਵੇਗਾ। ਉਹਨਾਂ ਨੇ ਕਿਹਾ ਕਿ ਤਾਈਵਾਨ ਦੀ ਸਰਹੱਦ ਤੇ ਘੁਸਪੈਠ ਕਰਕੇ ਚੀਨ ਖਤਰਾ ਮੁੱਲ ਲੈ ਰਿਹਾ ਸੀ। ਇਸ ਤੇ ਚੀਨ ਨੇ ਪਲਟਵਾਰ ਕਰਦੇ ਹੋਏ ਕਿਹਾ ਕਿ ਅਸੀਂ ਆਪਣੇ ਰਾਸ਼ਟਰੀ ਹਿੱਤਾਂ ਦੀ ਰੱਖਿਆ ਦੇ ਲਈ ਤਿਆਰ ਹੈ।
ਹੁਣੇ ਜਿਹੇ ਇੱਕ ਆਡੀਓ ਕਲਿੱਪ ਵਾਇਰਲ ਹੋਈ ਜਿਸ ਦੇ ਵਿੱਚ ਚੀਨ ਨੇ ਵੱਡੀ ਅਧਿਕਾਰੀ ਤਾਈਵਾਨ ਤੇ ਹਮਲੇ ਨੂੰ ਲੈ ਕੇ ਗੱਲਬਾਤ ਕਰ ਰਹੇ ਸਨ। ਇਸ ਦੇ ਬਾਅਦ ਬਾਈਡਨ ਦਾ ਬਿਆਨ ਸਾਹਮਣੇ ਆਇਆ ਜਿਸ ਦੇ ਵਿੱਚ ਉਹਨਾਂ ਨੇ ਕਿਹਾ ਕਿ ਯੂਕਰੇਨ ਤੇ ਰੂਸੀ ਹਮਲੇ ਦੇ ਬਾਅਦ ਤਾਈਵਾਨ ਦੀ ਰੱਖਿਆ ਦੀ ਜ਼ਿੰਮੇਵਾਰ ਹੋਰ ਜ਼ਿਆਦਾ ਵੱਧ ਗਈ ਹੈ। ਜੇਕਰ ਚੀਨ ਹਮਲਾ ਕਰਦਾ ਹੈ ਤਾਂ ਅਮਰੀਕਾ ਫੌਜੀ ਮਦਦ ਦੇ ਜ਼ਰੀਏ ਤਾਈਵਾਨ ਦੀ ਰੱਖਿਆ ਕਰੇਗਾ। ਬਾਈਡਨ ਦੇ ਬਿਆਨ ਤੋਂ ਬਾਅਦ ਚੀਨੀ ਵਿਦੇਸ਼ ਮੰਤਰਾਲੇ ਦੇ ਬੁਲਾਰੇ ਵਾਂਗ ਵੈਨਬਿਨ ਨੇ ਕਿਹਾ ਕਿ ਅਸੀਂ ਆਪਣੇ ਰਾਸ਼ਟਰੀ ਹਿੱਤਾਂ ਦੀ ਰੱਖਿਆ ਕਰਾਂਗੇ। ਕਿਸੇ ਨੂੰ ਵੀ ਰਾਸ਼ਟਰੀ ਪ੍ਰਭੂਸੱਤਾ ਤੇ ਖੇਤਰੀ ਅਖੰਡਤਾ ਦੀ ਰੱਖਿਆ ਦੇ ਲਈ ਚੀਨੀ ਲੋਕਾਂ ਤੇ ਦ੍ਰਿੜਤਾ, ਸੰਕਲਪ ਤੇ ਇੱਛਾ ਸ਼ਕਤੀ ਨੂੰ ਘੱਟ ਕਰਕੇ ਨਹੀਂ ਮਾਪਣਾ ਚਾਹੀਦਾ। ਉਹਨਾਂ ਨੇ ਕਿਹਾ ਕਿ ਤਾਈਵਾਨ ਚੀਨ ਦਾ ਹਿੱਸਾ ਹੈ। ਇਹ ਮੁੱਦਾ ਚੀਨ ਦਾ ਅੰਦਰੂਨੀ ਮਾਮਲਾ ਹੈ। ਚੀਨ ਦੇ ਮੂਲ ਹਿੱਤਾਂ ਦੇ ਨਾਲ ਜੁੜੇ ਮੁੱਦਿਆਂ ਤੇ ਸਮਝੌਤਾ ਨਹੀਂ ਕਰਾਂਗੇ। ਉਧਰ ਚਾਈਨਾ ਤੇ ਮੰਗਲ ਤੇ ਇਨਸਾਨੀ ਬਸਤੀ ਵਸਾਉਣ ਤੇ ਮਿਸ਼ਨ ਤੇ ਗੰਭੀਰਤਾ ਦੇ ਨਾਲ ਕੰਮ ਚੱਲ ਰਿਹਾ, ਪਰ ਉੱਥੇ ਰਹਿਣ ਵਾਲੇ ਲੋਕਾਂ ਦਾ ਨਿਯਮਿਤ ਭੋਜਨ ਕੀ ਹੋਵੇਗਾ, ਇਸ ਦੇ ਨਾਸਾ ਦੇ ਨਾਲ ਜੁੜੇ ਵਿਗਿਆਨੀ ਲੰਬੇ ਸਮੇਂ ਤੋਂ ਕੰਮ ਕਰ ਰਹੇ ਨੇ। ਇੰਟਰਨੈਸ਼ਨਲ ਸਪੇਸ ਸਟੇਸ਼ਨ ਤੇ ਹੋ ਰਹੀਆਂ ਕੋਸ਼ਿਸ਼ਾਂ ਦੇ ਨਾਲ ਇਸ ਗੁੱਥੀ ਨੂੰ ਸੁਲਝਾਉਣ ਦੇ ਵਿੱਚ ਮਦਦ ਮਿਲ ਰਹੀ ਹੈ। ਮੰਗਲ ਤੇ ਜਾਂ ਧਰਤੀ ਤੋਂ ਬਾਹਰ ਹੋਰ ਗ੍ਰਹਿਆਂ ਤੇ ਜਾਣ ਵਾਲੇ ਲੋਕ ਕੀ ਖਾਣਗੇ, ਇਸ ਤੇ ਖੋਜ ਕਰ ਰਹੇ ਨਾਸਾ ਕੈਨੇਡੀ ਸਪੇਸ ਸੈਂਟਰ ਪੋਸਟ ਡੋਕ ਫੋਲੋ ਕ੍ਰਿਸਟੀਨਾ ਜੌਨਸਨ ਇਨਸਾਫ ਦੇ ਭਵਿੱਖ ਦਾ ਭੋਜਨ ਤਿਆਰ ਕਰਨ ਦਾ ਪ੍ਰਯੋਗ ਪੁਲਾੜ ਦੇ ਵਿੱਚ ਕਰ ਰਹੇ ਨੇ। ਕ੍ਰਿਸਟੀਨਾ ਜੌਨਸਨ ਨੇ ਦੱਸਿਆ ਹੈ ਕਿ ਪੁਲਾੜ ਦੇ ਵਿੱਚ ਜਿਸ ਨੂੰ ਸਭ ਤੋਂ ਸੌਖੇ ਢੰਗ ਦੇ ਨਾਲ ਉਗਾਇਆ ਜਾ ਰਿਹਾ ਹੈ ਉਹ ਮਿਜੂਨਾ ਹੈ। ਇਸ ਸ਼੍ਰੇਣੀ ਦੇ ਵਿੱਚ ਸਰੋਂ ਦਾ ਸਾਗ, ਬ੍ਰੋਕਲੀ ਆਦਿ ਆਉਂਦੇ ਨੇ। ਇਹਨਾਂ ਨੂੰ ਸਪੇਸ ਸਟੇਸ਼ਨ ਤੇ ਵੀ ਆਸਾਨੀ ਦੇ ਨਾਲ ਉਗਾਇਆ ਜਾ ਸਕਦਾ ਹੈ। ਸਰੋਂ ਦੀ ਖੁਸ਼ਬੂ ਦੇ ਕਾਰਨ ਪੁਲਾੜ ਯਾਤਰੀ ਇਸ ਨੂੰ ਖਾਣਾ ਵੀ ਪਸੰਦ ਕਰਦੇ ਨੇ। ਇਸ ਤੋਂ ਇਲਾਵਾ ਲੈਕਟੋਸ ਨੂੰ ਵੀ ਉਗਾਇਆ ਜਾ ਰਿਹਾ ਹੈ। ਇਸ ਦੇ ਵਿੱਚ ਮੂਲੀ ਅਤੇ ਬੈਂਗਣੀ ਪੱਤੀ ਵਾਲੀਆਂ ਸਬਜ਼ੀਆਂ ਸ਼ਾਮਲ ਨੇ। ਨਾਸਾ ਦੇ ਚੀਫ ਸਾਇੰਟਿਸਟ ਰਹੇ ਜਿਮ ਗ੍ਰੀਨ ਤੋਂ ਨਾਸਾ ਦੇ ਇੰਟਰਾ ਪਲੈਨਟ ਟਾਕ ਸ਼ੋ ਦੇ ਵਿੱਚ ਕ੍ਰਿਸਟੀਨਾ ਜੌਨਸਨ ਨੇ ਦੱਸਿਆ ਹੈ ਕਿ ਪਿਛਲੇ ਕੁਝ ਸਾਲਾਂ ਤੋਂ ਅਸੀਂ ਜੋ ਪੁਲਾੜ ਸਟੇਸ਼ਨ ਤੇ ਹਰੀਆਂ ਪੱਤੇਦਾਰ ਸਬਜ਼ੀਆਂ ਉਗਾ ਰਹੇ ਹਾਂ ਉਹਨਾਂ ਨੂੰ ਦੇਖਣਾ ਬਹੁਤ ਚੰਗਾ ਲੱਗਦਾ ਹੈ। ਇੱਥੇ ਪੁਲਾੜ ਯਾਤਰੀ ਉਹਨਾਂ ਨੂੰ ਖਾ ਰਹੇ ਨੇ। ਸਪੇਸ ਸਟੇਸ਼ਨ ਤੇ ਬੂਟਿਆਂ ਦੇ ਲਈ ਜ਼ਰੂਰੀ ਤੱਤ, ਹਵਾ, ਪਾਣੀ ਅਤੇ ਰੌਸ਼ਨੀ ਖੁਦ ਤਿਆਰ ਕਰਨੇ ਹੁੰਦੇ ਨੇ। ਉੱਥੇ ਸੂਰਜ ਦੀ ਰੌਸ਼ਨੀ ਦੀ ਵਰਤੋਂ ਕਰਨਾ ਕਰੂ ਦੇ ਲਈ ਖਤਰਨਾਕ ਹੋ ਸਕਦਾ ਹੈ। ਇਸ ਦੇ ਲਈ LED ਦੇ ਨਾਲ ਬਨੌਟੀ ਰੌਸ਼ਨੀ ਪੈਦਾ ਕੀਤੀ ਜਾਂਦੀ ਹੈ। ਇਸੇ ਤਰ੍ਹਾਂ ਦੇ ਨਾਲ ਉੱਚ ਕਾਰਬਨ ਡਾਈਆਕਸਾਈਡ ਅਤੇ ਘੱਟ ਕਾਰਬਨ ਡਾਈਆਕਸਾਈਡ ਦੇ 에ਅਰ ਪਾਕਟਸ ਬਣਾਉਂਦੇ ਨੇ। ਉਧਰ ਖਪਤਕਾਰ ਮਾਮਲਿਆਂ ਦੇ ਬਾਰੇ ਮੰਤਰਾਲਾ 2 ਜੂਨ ਨੂੰ ਨੈਸ਼ਨਲ ਰੈਸਟੋਰੈਂਟ ਦੇ ਨਾਲ ਮੀਟਿੰਗ ਕਰੇਗਾ। ਸ਼ਿਕਾਇਤਾਂ ਨੇ ਕਿ ਰੈਸਟੋਰੈਂਟ ਗਾਹਕਾਂ ਨੂੰ ਸਰਵਿਸ ਚਾਰਜ ਦੇਣ ਦੇ ਲਈ ਮਜਬੂਰ ਕਰ ਰਹੇ ਨੇ। ਇਹਨਾਂ ਸ਼ਿਕਾਇਤਾਂ ਦੇ ਮੱਦੇਨਜ਼ਰ ਇਹ ਮੀਟਿੰਗ ਬੁਲਾਈ ਗਈ ਹੈ। ਮੰਤਰਾਲੇ ਦੇ ਨੈਸ਼ਨਲ ਕੰਜ਼ਿਊਮਰ ਹੈਲਪਲਾਈਨ ਤੇ ਖਪਤਕਾਰਾਂ ਦੇ ਦੁਆਰਾ ਦਰਜ ਕੀਤੀਆਂ ਗਈਆਂ ਮੀਡੀਆ ਰਿਪੋਰਟਾਂ ਤੇ ਸ਼ਿਕਾਇਤਾਂ ਦਾ ਨੋਟਿਸ ਲੈਣ ਤੋਂ ਬਾਅਦ ਇਹ ਮੀਟਿੰਗ ਬੁਲਾਈ ਗਈ ਹੈ। ਖਪਤਕਾਰ ਮਾਮਲਿਆਂ ਦੇ ਸਕੱਤਰ ਰੋਹਿਤ ਕੁਮਾਰ ਸਿੰਘ NRIA ਦੇ ਚੇਅਰਮੈਨ ਨੂੰ ਵੀ ਲਿਖਿਆ ਹੈ ਕਿ ਰੈਸਟੋਰੈਂਟ ਤੇ ਖਾਣ ਪੀਣ ਵਾਲੀਆਂ ਦੁਕਾਨਾਂ ਆਪਣੇ ਖਪਤਕਾਰਾਂ ਤੋਂ ਨਜਾਇਜ਼ ਤੌਰ ਤੇ ਸਰਵਿਸ ਚਾਰਜਸ ਵਸੂਲ ਰਹੀਆਂ ਨੇ। ਹਾਲਾਂਕਿ ਅਜਿਹੇ ਕਿਸੇ ਵੀ ਖਰਚੇ ਦੀ ਵਸੂਲੀ ਸਵੈ ਇੱਛਤ ਹੈ। ਸਕੱਤਰ ਨੇ ਪੱਤਰ ਦੇ ਵਿੱਚ ਇਹ ਵੀ ਕਿਹਾ ਹੈ ਕਿ ਖਪਤਕਾਰਾਂ ਨੂੰ ਸਰਵਿਸ ਚਾਰਜਸ ਦਾ ਭੁਗਤਾਨ ਕਰਨ ਦੇ ਲਈ ਮਜਬੂਰ ਕੀਤਾ ਜਾਂਦਾ ਹੈ। ਇਹ ਫੀਸ ਰੈਸਟੋਰੈਂਟਾਂ ਦੇ ਵੱਲੋਂ ਮਨਮਾਨੇ ਤੌਰ ਤੇ ਉੱਚੀਆਂ ਦਰਾਂ ਤੇ ਤੈਅ ਕੀਤੀ ਜਾਂਦੀ ਹੈ। ਖਪਤਕਾਰ ਜਦੋਂ ਬਿੱਲ ਦੀ ਰਕਮ ਦੇ ਵਿੱਚੋਂ ਅਜਿਹੇ ਖਰਚਿਆਂ ਨੂੰ ਹਟਾਉਣ ਦੀ ਬੇਨਤੀ ਕਰਦੇ ਨੇ ਤਾਂ ਉਸ ਨੂੰ ਗੁੰਮਰਾਹ ਕਰਕੇ ਅਜਿਹੇ ਖਰਚਿਆਂ ਨੂੰ ਜਾਇਜ਼ ਠਹਿਰਾਉਣ ਦੀ ਕੋਸ਼ਿਸ਼ ਕੀਤੀ ਜਾਂਦੀ ਹੈ। ਪੱਤਰ ਦੇ ਵਿੱਚ ਇਹ ਵੀ ਕਿਹਾ ਗਿਆ ਕਿ ਇਹ ਮੁੱਦਾ ਰੋਜ਼ਾਨਾ ਆਧਾਰ ਤੇ ਖਪਤਕਾਰਾਂ ਨੂੰ ਪ੍ਰਭਾਵਿਤ ਕਰਦਾ ਹੈ ਅਤੇ ਇਹ ਉਹਨਾਂ ਦੇ ਅਧਿਕਾਰਾਂ ਦਾ ਵੀ ਮਾਮਲਾ ਹੈ। ਇਸ ਲਈ ਵਿਭਾਗ ਨੇ ਇਸ ਦੀ ਹੋਰ ਵਿਸਥਾਰ ਦੇ ਨਾਲ ਜਾਂਚ ਕਰਨ ਦਾ ਫੈਸਲਾ ਕੀਤਾ ਹੈ। ਮੰਤਰਾਲੇ ਦੀ 2 ਜੂਨ ਨੂੰ ਹੋਣ ਵਾਲੀ ਮੀਟਿੰਗ ਦੇ ਵਿੱਚ ਰੈਸਟੋਰੈਂਟਾਂ ਦੇ ਵੱਲੋਂ ਕਿਸੇ ਹੋਰ ਫੀਸ ਜਾਂ ਇਸ ਦੀ ਆੜ ਦੇ ਵਿੱਚ ਬਿੱਲ ਵਿੱਚ ਸਰਵਿਸ ਚਾਰਜ ਸ਼ਾਮਲ ਕਰਨ ਸੰਬੰਧੀ ਖਪਤਕਾਰ ਦੇ ਸ਼ਿਕਾਇਤਾਂ ਤੇ ਚਰਚਾ ਕੀਤੀ ਜਾਵੇਗੀ। ਉਧਰ ਉੱਤਰ ਪ੍ਰਦੇਸ਼ ਦੇ ਵਾਰਾਣਸੀ ਦੇ ਵਿੱਚ ਸੋਮਵਾਰ ਨੂੰ ਗੰਗਾ ਨਦੀ ਵਿੱਚ ਕਿਸ਼ਤੀ ਡੁੱਬਣ ਦੇ ਕਾਰਨ ਉਸ ਦੇ ਵਿੱਚ ਸਵਾਰ 6 ਦੇ ਵਿੱਚ 4 ਲੋਕਾਂ ਦੀ ਮੌਤ ਹੋ ਗਈ ਹੈ। ਪੁਲਿਸ ਦੇ ਮੁਤਾਬਕ ਬੇਲੂਪੁਰ ਥਾਣਾ ਖੇਤਰ ਦੇ ਵਿੱਚ ਗੰਗਾ ਨਦੀ ਦੇ ਪ੍ਰਭੂ ਘਾਟ ਨੇੜੇ ਹੋਏ ਇਸ ਹਾਦਸੇ ਦੇ ਵਿੱਚ 2 ਕਿਸ਼ਤੀ ਸਵਾਰਾਂ ਨੂੰ ਸੁਰੱਖਿਅਤ ਬਚਾ ਲਿਆ ਗਿਆ। ਪੁਲਿਸ ਨੇ ਦੱਸਿਆ ਕਿ ਕਿਸ਼ਤੀ ਦੇ ਹੇਠਲੇ ਹਿੱਸੇ ਦੇ ਵਿੱਚ ਸੁਰਾਖ ਹੋਣ ਦੇ ਕਾਰਨ ਇਹ ਘਟਨਾ ਵਾਪਰੀ ਹੈ। ਇਸ ਘਟਨਾ ਦੇ ਵਿੱਚ ਫਿਰੋਜ਼ਾਬਾਦ ਜ਼ਿਲ੍ਹੇ ਦੇ ਟੁੰਡਲਾ ਵਾਸੀ ਅਨਸ ਸੰਜੇ 36 ਸਾਲਾ ਅਤੇ ਇਮਾਮੁਦੀਨ ਅਤੇ ਕਿਸ਼ਤੀ ਚਾਲਕ ਸ਼ਨੀ ਦੀ ਪਾਣੀ ਦੇ ਵਿੱਚ ਡੁੱਬਣ ਦੇ ਕਾਰਨ ਮੌਤ ਹੋ ਗਈ, ਜਦਕਿ ਕੇਸ਼ਵ ਜੋ ਕਿ 32 ਸਾਲਾਂ ਦੇ ਸਨ ਤੇ ਪਵਨ 27 ਸਾਲਾਂ ਦੇ ਸਨ ਵਾਸੀ ਫਿਰੋਜ਼ਾਬਾਦ ਨੂੰ ਸੁਰੱਖਿਅਤ ਬਚਾ ਲਿਆ ਗਿਆ। ਨੈਸ਼ਨਲ ਡਿਜ਼ਾਸਟਰ ਰਿਸਪੌਂਸ ਫੋਰਸ ਅਤੇ ਸਥਾਨਕ ਪੁਲਿਸ ਫੋਰਸ ਮੌਕੇ ਦੇ ਉੱਤੇ ਪਹੁੰਚ ਗਏ ਅਤੇ ਰਾਹਤ ਤੇ ਬਚਾਅ ਕਾਰਜ ਤੇਜ਼ੀ ਦੇ ਨਾਲ ਕੀਤੇ। ਇਸ ਦੌਰਾਨ ਉੱਤਰ ਪ੍ਰਦੇਸ਼ ਦੇ ਮੁੱਖ ਮੰਤਰੀ ਯੋਗੀ ਆਦਿੱਤਿਆਨਾਥ ਨੇ ਇਸ ਹਾਦਸੇ ਦੇ ਵਿੱਚ ਜਾਨੀ ਨੁਕਸਾਨ ਤੇ ਡੂੰਘੇ ਦੁੱਖ ਦਾ ਪ੍ਰਗਟਾਵਾ ਵੀ ਕੀਤਾ। ਉਹਨਾਂ ਨੇ ਮ੍ਰਿਤਕਾਂ ਦੇ ਦੁਖੀ ਪਰਿਵਾਰਾਂ ਦੇ ਨਾਲ ਹਮਦਰਦੀ ਪ੍ਰਗਟਾਉਂਦਿਆਂ ਹੋਇਆਂ ਪੀੜਤ ਪਰਿਵਾਰਾਂ ਨੂੰ 2 ਲੱਖ ਰੁਪਏ ਦੀ ਵਿੱਤੀ ਸਹਾਇਤਾ ਦੇਣ ਦਾ ਐਲਾਨ ਕੀਤਾ। ਮੁੱਖ ਮੰਤਰੀ ਯੋਗੀ ਨੇ ਜ਼ਿਲ੍ਹਾ ਪ੍ਰਸ਼ਾਸਨ ਦੇ ਅਧਿਕਾਰੀਆਂ ਨੂੰ ਮੌਕੇ ਤੇ ਪਹੁੰਚ ਕੇ ਬਚਾਅ ਕਾਰਜ ਕਰਨ ਤੇ ਮ੍ਰਿਤਕਾਂ ਦੇ ਵਾਰਸਾਂ ਨੂੰ ਹਰ ਸੰਭਵ ਮਦਦ ਦੇਣ ਦੇ ਨਿਰਦੇਸ਼ ਦਿੱਤੇ ਨੇ। ਉਧਰ ਪੰਜਾਬ ਦੇ ਵਿੱਚ ਸੋਮਵਾਰ ਸ਼ਾਮ ਨੂੰ ਪਏ ਮੀਂਹ ਨੇ ਜਿੱਥੇ ਲੋਕਾਂ ਨੂੰ ਗਰਮੀ ਤੋਂ ਰਾਹਤ ਦਵਾਈ, ਉੱਥੇ ਹੀ ਠੰਡ ਦਾ ਅਹਿਸਾਸ ਵੀ ਕਰਵਾ ਦਿੱਤਾ ਹੈ। ਸੋਮਵਾਰ ਨੂੰ ਸੂਬੇ ਦੇ ਵਿੱਚ ਪਏ ਮੀਂਹ ਦੇ ਕਾਰਨ ਤਾਪਮਾਨ ਦੇ ਵਿੱਚ ਗਿਰਾਵਟ ਦੇ ਵਿੱਚ ਬਹੁਤ ਜ਼ਿਆਦਾ ਗਿਰਾਵਟ ਦਰਜ ਕੀਤੀ ਗਈ, ਜਿਸ ਕਾਰਨ ਪੰਜਾਬ ਦੇ ਲੋਕਾਂ ਨੂੰ ਸ਼ਿਮਲੇ ਦੀ ਠੰਡ ਦਾ ਹੁਣ ਅਹਿਸਾਸ ਹੋ ਰਿਹਾ ਹੈ। ਇਸ ਤੋਂ ਇਲਾਵਾ ਪੂਰੇ ਉੱਤਰੀ ਭਾਰਤ ਦੇ ਵਿੱਚ ਸੋਮਵਾਰ ਤੋਂ ਸ਼ੁਰੂ ਹੋਈ ਤੂਫਾਨੀ ਬਾਰਿਸ਼ ਨੇ ਮੌਸਮ ਨੂੰ ਬਦਲ ਕੇ ਰੱਖ ਦਿੱਤਾ ਹੈ। 75 ਕਿਲੋਮੀਟਰ ਪ੍ਰਤੀ ਘੰਟੇ ਦੀ ਰਫ਼ਤਾਰ ਦੇ ਨਾਲ ਚੱਲੀ ਹਵਾ ਦੇ ਨਾਲ ਹੋਈ ਬਾਰਿਸ਼ ਨੇ ਦਿੱਲੀ ਤੇ NCR ਦੇ ਵਿੱਚ ਸ਼ਿਮਲੇ ਵਰਗੀ ਠੰਡਕ ਦਾ ਅਹਿਸਾਸ ਕਰਵਾ ਦਿੱਤਾ ਹੈ। ਉੱਤਰ ਪ੍ਰਦੇਸ਼ ਦੇ ਵਿੱਚ ਹੋਈ ਬਾਰਿਸ਼ ਦੇ ਚੱਲਦਿਆਂ ਘੱਟੋ ਘੱਟ ਤਾਪਮਾਨ ਸਧਾਰਨ ਨਾਲੋਂ 9 ਡਿਗਰੀ ਹੇਠਾਂ ਆ ਗਿਆ।
ਗਿਆ, ਜਿਸ ਤੋਂ ਬਾਅਦ ਤਾਪਮਾਨ ਮਹਿਜ਼ 17.2 ਡਿਗਰੀ ਸੈਲਸੀਅਸ ਦਰਜ ਕੀਤਾ ਗਿਆ। ਉੱਥੇ ਹੀ ਦੇਸ਼ ਦੀ ਰਾਜਧਾਨੀ ਦਿੱਲੀ ਤੋਂ ਇਲਾਵਾ ਆਸ-ਪਾਸ ਦੇ ਸੂਬਿਆਂ ਦੇ ਵਿੱਚ ਵੀ ਬਾਰਿਸ਼ ਦੇ ਕਾਰਨ ਮੌਸਮ ਖੁਸ਼ਗਵਾਰ ਹੋਇਆ। ਮੌਸਮ ਵਿਭਾਗ ਦਾ ਕਹਿਣਾ ਹੈ ਕਿ ਇਸ ਮੌਸਮ ਦਾ ਪਹਿਲਾ ਮੱਧ ਤੋਂ ਉੱਚ ਤੀਬਰਤਾ ਵਾਲਾ ਤੂਫਾਨ ਰਿਹਾ। ਇਸ ਤੂਫਾਨ ਦੇ ਕਾਰਨ ਹੀ ਤਾਪਮਾਨ ਦੇ ਵਿੱਚ ਕਾਫੀ ਗਿਰਾਵਟ ਦਰਜ ਕੀਤੀ ਗਈ। ਮੰਗਲਵਾਰ ਨੂੰ ਵੀ ਅਜਿਹਾ ਹੀ ਮੌਸਮ ਰਹਿਣ ਦੇ ਆਸਾਰ ਨੇ, ਜਿਸ ਕਾਰਨ ਮੌਸਮ ਵਿਭਾਗ ਦੇ ਵੱਲੋਂ ਯੈਲੋ ਅਲਰਟ ਜਾਰੀ ਹੋਇਆ ਹੈ। ਉਧਰ ਪਟਿਆਲਾ ਵਿਖੇ ਇਸ਼ਕ ਦੇ ਵਿੱਚ ਅੰਨੀ ਹੋਈ ਲੜਕੀ ਦਾ ਹਾਈ ਵੋਲਟੇਜ ਡਰਾਮਾ ਦੇਖਣ ਨੂੰ ਮਿਲਿਆ। ਸ਼ਹਿਰ ਦੇ ਵਿੱਚ ਸਾਈ ਮਾਰਕੀਟ ਦੇ ਕੋਲ ਅੰਬੇ ਅਪਾਰਟਮੈਂਟ ਦੇ ਵਿੱਚ ਕੰਮ ਕਰਨ ਵਾਲੀ 17.5 ਸਾਲ ਦੀ ਨਾਬਾਲਗ ਅਪਾਰਟਮੈਂਟ ਦੀ 6ਵੀਂ ਮੰਜ਼ਲ ਤੇ ਜਾ ਚੜੀ। ਪ੍ਰੇਮੀ ਦੇ ਵਿਆਹ ਤੋਂ ਇਨਕਾਰ ਤੋਂ ਨਾਰਾਜ਼ ਲੜਕੀ ਇੱਕ ਕਿਨਾਰੇ ਤੇ ਬੈਠ ਛਾਲ ਲਗਾਉਣ ਦੀ ਗੱਲ ਕਰਨ ਲੱਗੀ। ਮੌਕੇ ਤੇ ਮੌਜੂਦ ਅਪਾਰਟਮੈਂਟ ਦੇ ਸੁਰੱਖਿਆ ਮੁਲਾਜ਼ਮਾਂ ਨੇ ਕਿਸੇ ਤਰ੍ਹਾਂ ਫਾਇਰ ਬ੍ਰਿਗੇਡ ਦੇ ਦਫ਼ਤਰ ਨੂੰ ਇਸ ਦੀ ਸੂਚਨਾ ਦਿੱਤੀ। ਸੂਚਨਾ ਮਿਲਣ ਤੋਂ ਬਾਅਦ ਫਾਇਰ ਬ੍ਰਿਗੇਡ ਦੀ ਟੀਮ ਮੌਕੇ ਦੇ ਉੱਤੇ ਪਹੁੰਚੀ। ਟੀਮ ਨੇ ਸਭ ਤੋਂ ਪਹਿਲਾਂ ਬਿਲਡਿੰਗ ਦੇ ਹੇਠਾਂ ਲੜਕੀ ਨੂੰ ਬਚਾਉਣ ਦੇ ਲਈ ਪੁਖਤਾ ਪ੍ਰਬੰਧ ਕੀਤੇ। ਇਸ ਤੋਂ ਬਾਅਦ ਫਾਇਰ ਅਫਸਰ ਛੱਤ ਤੇ ਪਹੁੰਚੇ, ਜਿੱਥੇ ਲੜਕੀ ਬੈਠੀ ਹੋਈ ਸੀ। ਅਧਿਕਾਰੀ ਨੇ ਲੜਕੀ ਨੂੰ ਗੱਲਾਂ ਦੇ ਵਿੱਚ ਲਗਾ ਕੇ ਇੱਕਦਮ ਤੋਂ ਫੜ ਲਿਆ ਤੇ ਉਸ ਨੂੰ ਬਚਾ ਲਿਆ ਗਿਆ। ਲੜਕੀ ਨੇ ਦੱਸਿਆ ਕਿ ਉਸ ਦਾ ਕਿਸੇ ਲੜਕੇ ਦੇ ਨਾਲ ਅਫੇਅਰ ਸੀ। ਲੜਕੀ ਨੇ ਲੜਕੇ ਨੂੰ ਵਿਆਹ ਕਰਨ ਦੇ ਲਈ ਕਿਹਾ ਸੀ, ਪਰ ਉਸਨੇ ਮਨਾ ਕਰ ਦਿੱਤਾ। ਇਸ ਤੋਂ ਉਹ ਨਾਰਾਜ਼ ਹੋ ਗਈ ਤੇ ਜੀਵਨ ਲੀਲਾ ਖਤਮ ਕਰਨ ਦੇ ਲਈ ਛੱਤ ਤੇ ਜਾ ਚੜੀ। ਗਨੀਮਤ ਇਹ ਰਹੀ ਕਿ ਫਾਇਰ ਬ੍ਰਿਗੇਡ ਤੇ ਅਪਾਰਟਮੈਂਟ ਦੇ ਸੁਰੱਖਿਆ ਮੁਲਾਜ਼ਮਾਂ ਦੀ ਸੂਝ-ਬੂਝ ਨਾਲ ਲੜਕੀ ਦੀ ਜਾਨ ਨੂੰ ਬਚਾ ਲਿਆ ਗਿਆ। ਇਸ ਪੂਰੀ ਘਟਨਾ ਦੇ ਦਰਮਿਆਨ ਲੜਕਾ ਵੀ ਉੱਥੇ ਪਹੁੰਚ ਗਿਆ। ਫਾਇਰ ਬ੍ਰਿਗੇਡ ਟੀਮ ਤੇ ਸੁਰੱਖਿਆ ਮੁਲਾਜ਼ਮਾਂ ਨੇ ਦੋਵਾਂ ਨੂੰ ਮੌਕੇ ਦੇ ਉੱਤੇ ਪਹੁੰਚੀ ਪੁਲਿਸ ਟੀਮ ਦੇ ਹਵਾਲੇ ਕਰ ਦਿੱਤਾ ਹੈ। ਡਿਵੀਜ਼ਨ ਥਾਣਾ ਨੰਬਰ 2 ਦੀ ਇੰਚਾਰਜ ਨੇ ਕਿਹਾ ਕਿ ਇਸ ਦੀ ਸੂਚਨਾ ਮਿਲਣ ਤੋਂ ਬਾਅਦ ਟੀਮ ਤੇ ਪਹੁੰਚ ਗਈ ਹੈ। ਫਾਇਰ ਬ੍ਰਿਗੇਡ ਦੇ ਨਾਲ ਮਿਲ ਕੇ ਇਸ ਲੜਕੀ ਨੂੰ ਬਚਾ ਲਿਆ ਗਿਆ ਤੇ ਜਾਂਚ ਕੀਤੀ ਜਾ ਰਹੀ ਹੈ। ਭਾਰਤ ਦੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਮੰਗਲਵਾਰ ਨੂੰ ਟੋਕੀਓ ਦੇ ਵਿੱਚ 4 ਦੇਸ਼ਾਂ ਦੀ ਸਮੂਹ ਕਵਾੜ ਦੀ ਆਮੋ ਸਾਹਮਣੇ ਦੀ ਦੂਜੀ ਸਿਖਰ ਵਾਰਤਾ ਦੇ ਵਿੱਚ ਕਿਹਾ ਕਿ ਕਵਾੜ ਦੇਸ਼ਾਂ ਦੇ ਵਿਚਾਲੇ ਆਪਸੀ ਵਿਸ਼ਵਾਸ ਅਤੇ ਦ੍ਰਿੜ ਸੰਕਲਪ ਨਾ ਸਿਰਫ ਲੋਕਤੰਤਰੀ ਤਾਕਤਾਂ ਨੂੰ ਨਵੀਂ ਊਰਜਾ ਦੇ ਰਿਹਾ, ਸਗੋਂ ਇੱਕ ਆਜ਼ਾਦ, ਖੁੱਲ੍ਹੇ ਅਤੇ ਸਮਾਵੇਸ਼ੀ ਹਿੰਦ ਪ੍ਰਸ਼ਾਂਤ ਖੇਤਰ ਦੀ ਸਥਾਪਨਾ ਨੂੰ ਉਤਸ਼ਾਹਿਤ ਵੀ ਕਰ ਰਿਹਾ। ਪ੍ਰਧਾਨ ਮੰਤਰੀ ਨੇ ਕਿਹਾ ਕਿ ਕਵਾੜ ਹਿੰਦ ਪ੍ਰਸ਼ਾਂਤ ਖੇਤਰ ਦੇ ਲਈ ਇੱਕ ਰਚਨਾਤਮਕ ਏਜੰਡੇ ਦੇ ਨਾਲ ਅੱਗੇ ਵਧ ਰਿਹਾ, ਜੋ ਕਿ ਗਲੋਬਲ ਭਲਾਈ ਦੀ ਦਿਸ਼ਾ ਦੇ ਵਿੱਚ ਕੰਮ ਕਰਨ ਵਾਲੀ ਇੱਕ ਤਾਕਤ ਦੇ ਰੂਪ ਦੇ ਵਿੱਚ ਉਸਦੇ ਅਕਸ ਨੂੰ ਹੋਰ ਮਜ਼ਬੂਤ ਬਣਾਏਗਾ। ਮੋਦੀ ਨੇ ਟਿੱਪਣੀ ਅਮਰੀਕਾ ਦੇ ਰਾਸ਼ਟਰਪਤੀ ਜੋ ਬਾਈਡਨ, ਜਾਪਾਨ ਦੇ ਪ੍ਰਧਾਨ ਮੰਤਰੀ ਫੂਮੀਓ ਕਿਸ਼ੀਦਾ ਅਤੇ ਆਸਟ੍ਰੇਲੀਆ ਦੇ ਨਵੇਂ ਚੁਣੇ ਗਏ ਪ੍ਰਧਾਨ ਮੰਤਰੀ ਐਂਥਨੀ ਅਲਬਾਨੀਜ਼ ਦੀ ਮੌਜੂਦਗੀ ਦੇ ਵਿੱਚ ਕੀਤੀ। ਸਿਖਰ ਸੰਮੇਲਨ ਦੇ ਉਦਘਾਟਨ ਸੈਸ਼ਨ ਦੇ ਵਿੱਚ ਦਿੱਤੇ ਗਏ ਆਪਣੇ ਸੰਬੋਧਨ ਦੇ ਵਿੱਚ ਮੋਦੀ ਨੇ ਕਿਹਾ ਕਿ ਕਵਾੜ ਨੇ ਬੇਹੱਦ ਘੱਟ ਸਮੇਂ ਦੇ ਵਿੱਚ ਗਲੋਬਲ ਪੱਧਰ ਤੇ ਇੱਕ ਮਹੱਤਵਪੂਰਨ ਸਥਾਨ ਹਾਸਲ ਕੀਤਾ। ਉਹਨਾਂ ਨੇ ਕਿਹਾ ਕਿ ਅਸੀਂ ਵੈਕਸੀਨ ਡਿਲੀਵਰੀ, ਜਲਵਾਯੂ ਕਾਰਵਾਈ, ਸਪਲਾਈ ਚੇਨ ਨੂੰ ਲਚਕੀਲਾ ਬਣਾਉਣ, ਆਫਤ ਪ੍ਰਤੀਕਿਰਿਆ, ਆਰਥਿਕ ਸਹਿਯੋਗ ਅਤੇ ਕੋਵਿਡ-19 ਮਹਾਮਾਰੀ ਤੋਂ ਪੈਦਾ ਹੋਣ ਵਾਲੇ ਅਣਉਚਿਤ ਹਾਲਾਤਾਂ ਦੇ ਨਾਲ ਨਜਿੱਠਣ ਦੀ ਦਿਸ਼ਾ ਦੇ ਵਿੱਚ ਵੀ ਤਾਲਮੇਲ ਵਧਾਇਆ। ਪ੍ਰਧਾਨ ਮੰਤਰੀ ਨੇ ਕਿਹਾ ਕਿ ਕਵਾੜ ਦੇਸ਼ਾਂ ਦੇ ਦਰਮਿਆਨ ਵੱਖ-ਵੱਖ ਖੇਤਰਾਂ ਦੇ ਵਿੱਚ ਸਹਿਯੋਗ ਹਿੰਦ ਪ੍ਰਸ਼ਾਂਤ ਖੇਤਰ ਦੇ ਵਿੱਚ ਸ਼ਾਂਤੀ ਅਤੇ ਸਥਿਰਤਾ ਦੀ ਸਥਾਪਨਾ ਦੇ ਵਿੱਚ ਯੋਗਦਾਨ ਦੇ ਰਹੇ ਹਨ। ਇਹ ਸੰਮੇਲਨ ਅਜਿਹੇ ਸਮੇਂ ਦੇ ਵਿੱਚ ਹੋ ਰਿਹਾ ਜਦੋਂ ਚੀਨ ਅਤੇ ਕਵਾੜ ਦੇ ਮੈਂਬਰ ਦੇਸ਼ਾਂ ਦੇ ਦਰਮਿਆਨ ਸੰਬੰਧ ਪਿਛਲੇ ਕੁਝ ਸਮੇਂ ਦੇ ਵਿੱਚ ਤਣਾਅਪੂਰਨ ਹੋਏ ਨੇ। ਇਸ ਦੀ ਵਜ੍ਹਾ ਬੀਜਿੰਗ ਦਾ ਲੋਕਤੰਤਰੀ ਮੁੱਲਾਂ ਤੇ ਲਗਾਤਾਰ ਚੁਣੌਤੀ ਦੇਣਾ ਤੇ ਹਮਲਾਵਰ ਵਪਾਰਕ ਨੀਤੀਆਂ ਅਪਣਾਉਣਾ ਹੈ। ਉਧਰ ਯੂਕਰੇਨ ਦੀ ਇੱਕ ਅਦਾਲਤ ਨੇ ਦੇਸ਼ ਦੇ ਵਿੱਚ ਇੱਕ ਨਾਗਰਿਕ ਦੇ ਕਤਲ ਦੇ ਦੋਸ਼ ਦੇ ਵਿੱਚ 21 ਸਾਲਾ ਰੂਸੀ ਫੌਜੀ ਨੂੰ ਉਮਰ ਕੈਦ ਦੀ ਸਜ਼ਾ ਸੁਣਾਈ ਹੈ। ਯੂਕਰੇਨ ਤੇ ਰੂਸ ਦੇ ਹਮਲੇ ਤੋਂ ਬਾਅਦ ਜੰਗੀ ਅਪਰਾਧਾਂ ਨੂੰ ਲੈ ਕੇ ਪਹਿਲੇ ਮੁਕੱਦਮੇ ਦੇ ਵਿੱਚ ਇਹ ਸਜ਼ਾ ਸੁਣਾਈ ਗਈ ਹੈ। ਸਾਰਜੈਂਟ ਵਦੀਮ ਸ਼ਿਸ਼ਮਾਰੀਨ ਦੇ ਯੁੱਧ ਦੇ ਸ਼ੁਰੂਆਤੀ ਦਿਨਾਂ ਦੌਰਾਨ ਉੱਤਰ ਪੂਰਬੀ ਸੂਮੀ ਖੇਤਰ ਦੇ ਇੱਕ ਪਿੰਡ ਦੇ ਵਿੱਚ ਇੱਕ ਯੂਕਰੇਨੀ ਨਾਗਰਿਕ ਨੂੰ ਗੋਲੀ ਮਾਰ ਕੇ ਮਾਰਨ ਦਾ ਦੋਸ਼ ਹੈ। ਰੂਸੀ ਸਿਪਾਹੀ ਨੇ ਆਪਣਾ ਦੋਸ਼ ਕਬੂਲ ਕੀਤਾ ਤੇ ਬਿਆਨ ਦਿੱਤਾ ਹੈ ਕਿ ਉਸਨੇ ਯੂਕਰੇਨੀ ਨਾਗਰਿਕ ਨੂੰ ਗੋਲੀ ਮਾਰ ਦਿੱਤੀ ਕਿਉਂਕਿ ਉਸ ਨੂੰ ਅਜਿਹਾ ਕਰਨ ਦਾ ਆਦੇਸ਼ ਦਿੱਤਾ ਗਿਆ ਸੀ। ਉਸਨੇ ਅਦਾਲਤ ਨੂੰ ਇੱਕ ਅਧਿਕਾਰੀ ਨੇ ਕਿਹਾ ਹੈ ਕਿ ਇਹ ਆਪਣੇ ਮੋਬਾਈਲ ਫੋਨ ਤੇ ਗੱਲ ਕਰ ਰਿਹਾ ਸੀ ਤੇ ਯੂਕਰੇਨੀ ਵਿਅਕਤੀ ਉਹਨਾਂ ਦੀ ਮੌਜੂਦਾ ਸਥਿਤੀ ਦੇ ਬਾਰੇ ਯੂਕਰੇਨੀ ਫੌਜੀਆਂ ਨੂੰ ਦੱਸ ਸਕਦਾ ਹੈ। ਇਸ ਤੋਂ ਪਹਿਲਾਂ ਰੂਸੀ ਸਿਪਾਹੀ ਨੇ ਅਦਾਲਤ ਦੇ ਵਿੱਚ ਮਾਰੇ ਗਏ ਵਿਅਕਤੀ ਦੀ ਪਤਨੀ ਦਾ ਸਾਹਮਣਾ ਕੀਤਾ, ਜਿਸ ਤੇ ਸ਼ਿਸ਼ਮਾਰੀਨ ਨੂੰ ਪੁੱਛਿਆ ਕਿ ਤੁਸੀਂ ਲੋਕ ਕਿੱਥੇ ਕਿਉਂ ਆਏ ਹੋ। ਰੂਸੀ ਸਿਪਾਹੀ ਨੇ ਮਾਰੇ ਗਏ ਵਿਅਕਤੀ ਦੀ ਪਤਨੀ ਨੂੰ ਕਿਹਾ ਕਿ ਮੈਂ ਆਪਣਾ ਗੁਨਾਹ ਕਬੂਲ ਕਰਦਾ ਹਾਂ, ਪਰ ਮੈਂ ਜਾਣਦਾ ਹਾਂ ਕਿ ਤੁਸੀਂ ਮੈਨੂੰ ਮਾਫ ਨਹੀਂ ਕਰ ਸਕੋਗੇ। ਔਰਤ ਨੇ ਕਿਹਾ ਕਿ ਉਸਨੂੰ ਸਿਪਾਹੀ ਦੇ ਲਈ ਬੁਰਾ ਲੱਗ ਰਿਹਾ ਹੈ, ਪਰ ਉਹ ਉਸ ਦੇ ਅਪਰਾਧਾਂ ਦੇ ਲਈ ਉਸਨੂੰ ਕਦੇ ਵੀ ਮਾਫ ਨਹੀਂ ਕਰ ਸਕੇਗੀ। ਦੂਜੇ ਪਾਸੇ ਯੂਕਰੇਨ ਦੇ ਰਾਸ਼ਟਰਪਤੀ ਵਲੋਦੀਮੀਰ ਜ਼ੈਲੈਂਸਕੀ ਨੇ ਸੋਮਵਾਰ ਨੂੰ ਰੂਸ ਤੋਂ ਵੱਧ ਪਾਬੰਦੀਆਂ ਲਗਾਉਣ ਦੀ ਮੰਗ ਕੀਤੀ, ਜਿਸ ਦੇ ਵਿੱਚ ਸਾਰੇ ਰੂਸੀ ਬੈਂਕਾਂ ਤੇ ਪਾਬੰਦੀਆਂ, ਰੂਸੀ ਤੇਲ ਦੀ ਦਰਾਮਦ ਤੇ ਰੋਕ ਅਤੇ ਰੂਸ ਦੇ ਨਾਲ ਸਾਰੇ ਵਪਾਰ ਨੂੰ ਰੋਕਣਾ ਸ਼ਾਮਲ ਹੈ। ਵਿਸ਼ਵ ਆਰਥਿਕ ਫੋਰਮ ਦੀ ਸਾਲਾਨਾ ਮੀਟਿੰਗ 2022 ਨੂੰ ਵੀਡੀਓ ਲਿੰਕ ਰਾਹੀਂ ਸੰਬੋਧਿਤ ਕਰਦਿਆਂ ਹੋਇਆਂ ਜ਼ੈਲੈਂਸਕੀ ਨੇ ਕਿਹਾ ਕਿ ਇਹ ਫੈਸਲਾ ਕਰਨ ਦਾ ਸਮਾਂ ਹੈ ਕਿ ਕੀ ਬੇਰਹਿਮ ਤਾਕਤ ਦੁਨੀਆ ਦੇ ਰਾਜ ਕਰੇਗੀ। ਉਹਨਾਂ ਨੇ ਕਿਹਾ ਕਿ ਰੂਸ ਨੂੰ ਵੱਧ ਤੋਂ ਵੱਧ ਪਾਬੰਦੀਆਂ ਦੇ ਅਧੀਨ ਹੋਣਾ ਚਾਹੀਦਾ। ਰੂਸੀ ਤੇਲ ਦੀ ਦਰਾਮਦ ਤੇ ਪਾਬੰਦੀ ਲਗਾਈ ਜਾਣੀ ਚਾਹੀਦੀ ਹੈ। ਸਾਰੇ ਰੂਸੀ ਬੈਂਕਾਂ ਤੇ ਪਾਬੰਦੀ ਲਗਾਈ ਜਾਣੀ ਚਾਹੀਦੀ ਹੈ। ਰੂਸ ਦੇ ਨਾਲ ਕੋਈ ਵਪਾਰ ਨਹੀਂ ਹੋਣਾ ਚਾਹੀਦਾ। ਰੋਡ ਰੇਸ ਦੇ ਮਾਮਲੇ 'ਚ ਪਟਿਆਲਾ ਜੇਲ੍ਹ ਦੇ ਵਿੱਚ ਬੰਦ ਨਵਜੋਤ ਸਿੰਘ ਸਿੱਧੂ ਦਾ ਡਾਈਟ ਪਲਾਨ ਅੱਜ ਅਦਾਲਤ ਦੇ ਵਿੱਚ ਪੇਸ਼ ਕੀਤਾ ਜਾਵੇਗਾ। ਸੋਮਵਾਰ ਨੂੰ ਪਟਿਆਲਾ ਦੇ ਰਜਿੰਦਰਾ ਹਸਪਤਾਲ ਦੇ ਵਿੱਚ ਸਿੱਧੂ ਦਾ ਮੈਡੀਕਲ ਕਰਵਾਇਆ ਗਿਆ ਸੀ, ਜਿਸ ਦੇ ਵਿੱਚ ਸਿੱਧੂ ਦਾ ਲੀਵਰ ਹਾਈ ਫੈਟੀ ਨਿਕਲਿਆ। ਡਾਕਟਰਾਂ ਨੇ ਬੋਰਡ ਨੇ ਉਹਨਾਂ ਦੇ ਲਈ ਲੋ ਫੈਟ ਹਾਈ ਫਾਈਬਰ ਖਾਣ ਦੀ ਸਿਫਾਰਿਸ਼ ਕੀਤੀ ਹੈ। ਸਿੱਧੂ ਨੂੰ ਸਖਤ ਸੁਰੱਖਿਆ ਹੇਠ ਪਟਿਆਲਾ ਜੇਲ੍ਹ ਤੋਂ ਲਿਆਂਦਾ ਗਿਆ ਸੀ, ਜਿਸ ਤੋਂ ਬਾਅਦ ਉਹਨਾਂ ਨੂੰ ਖੂਨ ਅਤੇ ਪਿਸ਼ਾਬ ਦੇ ਟੈਸਟ ਵੀ ਕੀਤੇ ਗਏ ਨੇ। ਇਸ ਤੋਂ ਇਲਾਵਾ ਪੁਰਾਣੇ ਮੈਡੀਕਲ ਰਿਕਾਰਡ ਨੂੰ ਵੀ ਖੰਗਾਲਿਆ ਗਿਆ। ਤੁਹਾਨੂੰ ਦੱਸ ਦੇ ਕਿ ਸਿੱਧੂ ਦੇ ਲਈ ਸਬਜ਼ੀਆਂ ਦਾ ਸੂਪ, ਖੀਰਾ, ਚੁਕੰਦਰ ਅਤੇ ਜੂਸ ਦੀ ਸਿਫਾਰਿਸ਼ ਕੀਤੀ ਗਈ ਹੈ। ਇਸ ਤੋਂ ਇਲਾਵਾ ਕਣਕ ਦੀ ਥਾਂ ਬਾਜਰੇ ਦੀ ਰੋਟੀ ਦਿੱਤੀ ਜਾ
ਸਕਦੀ ਹੈ। ਸਿੱਧੂ ਦੀ ਖੁਰਾਕ ਤੇ ਕਾਰਬੋਹਾਈਡਰੇਟ ਨੂੰ ਪੂਰੀ ਤਰ੍ਹਾਂ ਹਟਾ ਦਿੱਤਾ ਗਿਆ ਹੈ। ਡਾਕਟਰੀ ਜਾਂਚ ਤੋਂ ਇੱਕ ਗੱਲ ਵੀ ਸਾਹਮਣੇ ਆਈ ਹੈ ਕਿ ਸਿੱਧੂ ਨੂੰ ਕਣਕ ਤੋਂ ਐਲਰਜੀ ਨਹੀਂ ਹੈ। ਹਾਲਾਂਕਿ ਭਾਰ ਘਟਾਉਣ ਦੇ ਲਈ ਵੀ ਜ਼ਰੂਰੀ ਹੈ ਕਿ ਉਹ ਕਣਕ ਦੀ ਰੋਟੀ ਨਾ ਖਾਣ। ਸਿੱਧੂ ਨੇ ਪਟੀਸ਼ਨ ਦੇ ਵਿੱਚ ਕਣਕ ਤੋਂ ਐਲਰਜੀ ਹੋਣ ਦਾ ਦਾਅਵਾ ਕੀਤਾ ਸੀ। ਜ਼ਿਕਰਯੋਗ ਹੈ ਕਿ ਸਿੱਧੂ ਜੇਲ੍ਹ ਦੇ ਵਿੱਚ ਦਾਲ ਰੋਟੀ ਨਹੀਂ ਖਾ ਰਹੇ। ਉਹਨਾਂ ਨੇ ਖੁਦ ਨੂੰ ਲੀਵਰ ਦੀ ਸਮੱਸਿਆ, ਖੂਨ ਦੇ ਜੰਮਣ ਅਤੇ ਕਣਕ ਦੀ ਐਲਰਜੀ ਦੱਸੀ ਸੀ। ਉਹਨਾਂ ਨੇ ਸਪੈਸ਼ਲ ਡਾਈਟ ਦੇ ਵਿੱਚ ਕੋਰਟ ਵਿੱਚ ਪਟੀਸ਼ਨ ਦਾਇਰ ਕੀਤੀ ਹੈ। ਅਦਾਲਤ ਨੇ ਰਜਿੰਦਰਾ ਹਸਪਤਾਲ ਦੇ ਮੈਡੀਕਲ ਸੁਪਰਡੈਂਟ ਤੋਂ ਰਿਪੋਰਟ ਮੰਗੀ ਹੈ। ਉਧਰ ਦਿੱਲੀ ਦੇ ਉਪ ਰਾਜਪਾਲ ਤੌਰ ਤੇ ਅਨਿਲ ਬੈਜਲ ਦੇ ਅਸਤੀਫੇ ਦੇਣ ਤੋਂ ਬਾਅਦ ਨਵੇਂ ਐਲਜੀ ਦਾ ਨਾਮ ਸਾਹਮਣੇ ਆ ਗਿਆ। ਵਿਨੇ ਕੁਮਾਰ ਸਕਸੈਨਾ ਨੂੰ ਦਿੱਲੀ ਦਾ ਨਵਾਂ ਉਪ ਰਾਜਪਾਲ ਬਣਾਇਆ ਗਿਆ। ਸੋਮਵਾਰ ਨੂੰ ਰਾਸ਼ਟਰਪਤੀ ਰਾਮਨਾਥ ਕੋਵਿੰਦ ਨੇ ਅਨਿਲ ਬੈਜਲ ਦਾ ਅਸਤੀਫਾ ਸਵੀਕਾਰ ਕਰ ਲਿਆ ਤੇ ਵਿਨੇ ਕੁਮਾਰ ਸਕਸੈਨਾ ਨੂੰ ਦਿੱਲੀ ਦਾ ਨਵਾਂ ਉਪ ਰਾਜਪਾਲ ਨਿਯੁਕਤ ਕੀਤਾ। 18 ਮਈ ਨੂੰ ਦਿੱਲੀ ਦੇ ਉਪ ਰਾਜਪਾਲ ਅਨਿਲ ਬੈਜਲ ਨੇ ਅਚਾਨਕ ਅਸਤੀਫਾ ਦੇ ਦਿੱਤਾ। ਅਸਤੀਫੇ ਦੇ ਪਿੱਛੇ ਦੀ ਵਜ੍ਹਾ ਬੈਜਲ ਨੇ ਨਿੱਜੀ ਕਾਰਨ ਦੱਸੇ ਨੇ। ਉਧਰ ਉਪ ਰਾਜਪਾਲ ਦੇ ਵਜੋਂ ਉਹਨਾਂ ਦਾ 5 ਸਾਲ ਦਾ ਕਾਰਜਕਾਲ 31 ਦਸੰਬਰ 2021 ਨੂੰ ਪੂਰਾ ਹੋ ਗਿਆ। ਹਾਲਾਂਕਿ ਦਿੱਲੀ ਦੇ ਉਪ ਰਾਜਪਾਲ ਦਾ ਕਾਰਜਕਾਲ ਨਿਸ਼ਚਿਤ ਨਹੀਂ ਹੁੰਦਾ। ਕਈ ਮਾਮਲਿਆਂ ਨੂੰ ਲੈ ਕੇ ਆਏ ਦਿਨੀ ਦਿੱਲੀ ਦੀ ਕੇਜਰੀਵਾਲ ਸਰਕਾਰ ਤੇ ਸਾਬਕਾ ਉਪ ਰਾਜਪਾਲ ਅਨਿਲ ਬੈਜਲ ਦੇ ਵਿੱਚ ਟਕਰਾਅ ਦੀਆਂ ਗੱਲਾਂ ਸਾਹਮਣੇ ਆਉਂਦੀਆਂ ਰਹੀਆਂ ਨੇ। ਬੈਜਲ ਨੇ 1 ਸਾਲ ਪਹਿਲਾਂ ਦਿੱਲੀ ਸਰਕਾਰ ਦੀਆਂ 1000 ਬੱਸਾਂ ਦੀ ਖਰੀਦ ਪ੍ਰਕਿਰਿਆ ਦੀ ਜਾਂਚ ਨੂੰ ਲੈ ਕੇ 3 ਮੈਂਬਰਾਂ ਦੀ ਇੱਕ ਕਮੇਟੀ ਬਣਾ ਦਿੱਤੀ ਸੀ। ਭਾਰਤੀ ਜਨਤਾ ਪਾਰਟੀ ਲਗਾਤਾਰ ਇਸ ਮਾਮਲੇ ਦੇ ਵਿੱਚ ਸੀਬੀਆਈ ਜਾਂਚ ਦੀ ਅਪੀਲ ਕਰ ਰਹੀ ਹੈ। ਉਪ ਰਾਜਪਾਲ ਨੇ ਜੋ ਪੈਨਲ ਬਣਾਇਆ ਸੀ ਉਸ ਦੇ ਵਿੱਚ ਇੱਕ ਰਿਟਾਇਰਡ ਆਈਏਐਸ ਅਫਸਰ, ਵਿਜੀਲੈਂਸ ਵਿਭਾਗ ਦੇ ਪ੍ਰਿੰਸੀਪਲ ਸੈਕਟਰੀ ਤੇ ਦਿੱਲੀ ਸਰਕਾਰ ਦੇ ਟਰਾਂਸਪੋਰਟ ਕਮਿਸ਼ਨਰ ਵੀ ਸ਼ਾਮਲ ਨੇ। ਇਸ ਮਸਲੇ ਤੇ ਵੀ ਕੇਜਰੀਵਾਲ ਸਰਕਾਰ ਤੋਂ ਉਹਨਾਂ ਦੀ ਕਾਫੀ ਬਹਿਸ ਹੋਈ ਸੀ। ਉਧਰ ਡਿੱਗਦੇ ਹੋਏ ਭਾਰਤੀ ਰੁਪਈਏ ਦੇ ਕਾਰਨ ਭਾਰਤ ਦੇ ਛੋਟੇ ਬਰਾਮਦਕਾਰਾਂ ਤੇ ਵੀ ਇਸ ਦਾ ਅਸਰ ਦੇਖਣ ਨੂੰ ਮਿਲਿਆ। ਆਗਰਾ ਦੇ ਚਮੜੇ ਦੀਆਂ ਜੁੱਤੀਆਂ ਦੇ ਬਰਾਮਦਕਾਰ ਰੂਸ ਯੂਕਰੇਨ ਸੰਘਰਸ਼ ਦੇ ਕਾਰਨ ਪੈਦਾ ਹੋਈਆਂ ਚੁਣੌਤੀਆਂ ਤੇ ਅਨਿਸ਼ਚਿਤਤਾ ਦੀ ਸਥਿਤੀ ਦੇ ਨਾਲ ਜੂਝ ਰਹੇ ਨੇ। ਲੌਜਿਸਟਿਕਸ ਦੀ ਲਾਗਤ ਅਤੇ ਰੱਦ ਹੋਣ ਵਾਲੇ ਆਰਡਰ ਦੀ ਗਿਣਤੀ ਦੇ ਵਿੱਚ ਵਾਧਾ ਹੋਣ ਦੇ ਨਾਲ ਉਹਨਾਂ ਦੀਆਂ ਮੁਸ਼ਕਲਾਂ ਵਧੀਆਂ ਨੇ। ਇਸ ਤੋਂ ਇਲਾਵਾ ਸਥਾਨਕ ਮੁਦਰਾ ਕਮਜ਼ੋਰ ਹੋਣ ਦੇ ਕਾਰਨ ਪਿਛਲੇ 3 ਮਹੀਨਿਆਂ ਦੇ ਵਿੱਚ ਦਰਾਮਦ ਲਾਗਤ ਵਧੇਰੇ ਹੋ ਗਈ ਹੈ ਤੇ ਮਾਰਜਨ ਦੇ ਵਿੱਚ ਵੀ ਕਮੀ ਆਈ ਹੈ। ਜਾਣਕਾਰਾਂ ਦੀ ਜੇਕਰ ਮੰਨੀਏ ਤਾਂ ਇਸ ਤੋਂ ਇਲਾਵਾ ਸਥਾਨਕ ਮੁਦਰਾ ਕਮਜ਼ੋਰ ਹੋਣ ਦੇ ਕਾਰਨ ਪਿਛਲੇ 3 ਮਹੀਨਿਆਂ ਦੇ ਵਿੱਚ ਦਰਾਮਦ ਲਾਗਤ ਕਾਫੀ ਵੱਧ ਗਈ ਹੈ ਤੇ ਮਾਰਜਨ ਦੇ ਵਿੱਚ ਵੀ ਕਮੀ ਆਈ ਹੈ। ਡਾਲਰ ਦੇ ਮੁਕਾਬਲੇ ਭਾਰਤੀ ਰੁਪਏ ਦੇ ਵਿੱਚ ਗਿਰਾਵਟ ਜਾਰੀ ਰਹਿਣ ਦੇ ਦਰਮਿਆਨ ਉਦਯੋਗ ਦੇ ਅਧਿਕਾਰੀਆਂ ਨੇ ਕਿਹਾ ਕਿ ਜੇ ਮੁਦਰਾ ਅਸਥਿਰ ਬਣੀ ਰਹਿੰਦੀ ਹੈ ਜਾਂ ਫਿਰ ਕਮਜ਼ੋਰ ਹੁੰਦੀ ਹੈ ਤਾਂ ਛੋਟੇ ਬਰਾਮਦਕਾਰਾਂ ਦੇ ਉਲਟ ਪ੍ਰਭਾਵ ਪਵੇਗਾ। ਇੱਕ ਮੀਡੀਆ ਰਿਪੋਰਟ ਦੇ ਮੁਤਾਬਕ ਆਗਰਾ ਦੀ ਚਮੜੇ ਦੀਆਂ ਜੁੱਤੀਆਂ ਦੇ ਬਰਾਮਦਕਾਰਾਂ ਦਾ ਕਹਿਣਾ ਹੈ ਕਿ ਕਮਜ਼ੋਰ ਮੁਦਰਾ ਬਰਾਮਦ ਲਈ ਚੰਗੇ ਸੰਕੇਤ ਦਿੰਦੀ ਹੈ, ਪਰ ਇਹ ਸਾਰਿਆਂ ਤੇ ਲਾਗੂ ਨਹੀਂ ਹੁੰਦਾ। ਜਦੋਂ ਰੁਪਏ ਦੀ ਡੈਵੈਲੂਏਸ਼ਨ ਹੁੰਦੀ ਹੈ ਤਾਂ ਉਦੋਂ ਸਾਡੇ ਗ੍ਰਾਹਕ ਲਾਭ ਜਾਂ ਛੋਟ ਦੀ ਮੰਗ ਕਰਦੇ ਨੇ। ਉਹ ਕਹਿੰਦੇ ਨੇ ਕਿ ਹਾਲੇ ਉਹਨਾਂ ਦੀ ਦਰਾਮਦ ਲਾਗਤ ਵੱਧ ਗਈ ਹੈ। ਉਹ ਇਨਸੋਲ ਬੋਰਡ, ਪੀਯੂ, ਲਾਈਨਿੰਗ ਸਮੱਗਰੀ ਆਦਿ ਦੀ ਦਰਾਮਦ ਕਰਦੇ ਨੇ। ਇਸ ਤਰ੍ਹਾਂ ਉਹਨਾਂ ਦੇ ਸਥਾਨਕ ਸਪਲਾਈ ਕਰਤਾਵਾਂ ਨੇ ਐਡਹੈਸਿਵ ਡਾਈ ਸੋਲਵੈਂਟਸ ਦੀਆਂ ਕੀਮਤਾਂ ਸਾਡੇ ਸਥਾਨਕ ਸਪਲਾਈ ਕਰਤਾਵਾਂ ਨੇ ਵਧਾ ਦਿੱਤੀਆਂ ਨੇ। ਇਸ ਦੇ ਲਈ ਜਦੋਂ ਦਰਾਮਦ ਜਾਂ ਕੱਚੇ ਮਾਲ ਦੀ ਲਾਗਤ ਵੱਧ ਜਾਂਦੀ ਹੈ ਤਾਂ ਸਾਡੇ ਉਤਪਾਦਾਂ ਦੀਆਂ ਕੀਮਤਾਂ ਦੇ ਵਿੱਚ ਕੋਈ ਬਦਲਾਅ ਨਹੀਂ ਆਉਂਦਾ, ਉਦੋਂ ਸਾਡੇ ਮਾਰਜਨ ਘੱਟ ਹੋ ਜਾਂਦੇ ਨੇ। ਇਸ ਦੇ ਨਾਲ ਹੀ ਖਬਰਾਂ ਦੇ ਇਸ ਬੁਲੇਟਿਨ ਦੇ ਵਿੱਚ ਅੱਜ ਫਿਲਹਾਲ ਇੰਨਾ ਹੀ। ਆਪਣੇ ਦੋਸਤ ਸ਼ੀਤਲ ਨੂੰ ਦਿਓ ਇਜਾਜ਼ਤ। ਤੁਸੀਂ ਜੁੜੇ ਰਹੋ HSN ਨਿਊਜ਼ ਦੇ ਨਾਲ।